अरमान आज सिर्फ शाम मेरे नाल बिताउणगे। नहीं, मेरे नाल होणगे। मेरे नाल बिताउणगे। मेरे नाल। मेरे नाल। मेरे नाल। बस 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 बहुत हो गया। ਤੁਸੀਂ ਦੋਨੋਂ ਜਾਣੀਆਂ ਹੁੰਦੀਆਂ ਕੌਣ ਹੈ ਫੈਸਲਾ ਲੈਣ ਵਾਲੀਆਂ ਕਿ ਮੈਂ ਕਿਹਦੇ ਨਾਲ ਰਹੂੰਗਾ? ਤੁਹਾਨੂੰ ਦੋਨਾਂ ਨੂੰ ਕੋਈ ਮੇਰੀ ਪਰਵਾਹ ਹੈ ਕਿ ਮੈਂ ਕੀ ਚਾਹੁੰਦਾ ਹਾਂ ਤੇ ਕੀ ਨਹੀਂ? ਹਾਂ ਤੇ ਤੂੰ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਨਾ, ਹੈ ਨਾ? ਤੂੰ ਤਾਂ ਮੇਰੀ ਕੀਮਤ ਵੀ ਲਗਾਈ ਹੈ ਮੈਨੂੰ ਰਹਿਣ ਵਾਸਤੇ। ਪਰ ਹੁਣ ਮੈਨੂੰ ਚੰਗੀ ਤਰ੍ਹਾਂ ਵਿਸ਼ਵਾਸ ਹੋ ਗਿਆ ਕਿ ਤੂੰ ਸਿਰਫ ਮੈਨੂੰ ਪੈਸੇ ਦੇ ਕੇ ਖਰੀਦਿਆ ਤੇ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਤੇ ਉੱਪਰੋਂ ਤੂੰ ਇਹ ਚਾਹੁੰਦੀ ਹੈ ਕਿ ਮੈਂ ਤੇਰੇ ਨਾਲ ਕਿਸ ਟਾਈਮ ਰਹੂੰਗਾ ਉਹ ਵੀ ਤੇਰੇ ਅਕੋਰਡਿੰਗਲੀ, ਸੀਰੀਅਸਲੀ। ਤੇ ਹਾਂਜੀ ਤੂੰ ਤਾਂ ਮੇਰੀ ਘਰ ਵਾਲੀ ਹੈ ਨਾ, ਤੇ ਤੂੰ ਮੇਰੇ ਨਾਲ ਰਹਿੰਦੇ ਰਹਿੰਦੇ ਹੀ ਮੇਰੇ ਹੀ ਸੌਦਾ ਕਰਤਾ ਕਿ ਮੈਂ ਕਿਸੇ ਹੋਰ ਔਰਤ ਕੋਲ ਰਵਾਂ। ਤੇ ਉਸ ਦੇ ਬਾਵਜੂਦ ਵੀ ਤੂੰ ਚਾਹੁੰਦੀ ਹੈ ਕਿ ਮੈਂ ਤੇਰੇ ਨਾਲ ਟਾਈਮ ਸਪੈਂਡ ਕਰਾਂ। ਤੁਹਾਨੂੰ ਦੋਨਾਂ ਨੂੰ ਕੋਈ ਪਰਵਾਹ ਹੈ ਕਿ ਮੈਂ ਕੀ ਚਾਹੁੰਦਾ ਹਾਂ ਤੇ ਮੈਂ ਕੀ ਕਰਦਾ ਹਾਂ? ਕੋਈ ਕੇਅਰ ਨਹੀਂ ਹੈ ਤੁਹਾਨੂੰ ਦੋਨਾਂ ਨੂੰ। ਨਹੀਂ, ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਕਿੰਨੀ ਵਾਰ ਮੈਂ ਦੇਖ ਚੁੱਕਾ ਇਹ ਸਭ। हाँ अरमान तुसी बिल्कुल ठीक कह रहे हो। अरमान डिसाइड करनगे अरमान किदे नाल आज दी शाम बिताणगे। हाँ बिल्कुल, मैं डिसाइड करूंगा कि मैं किस वक्त किदे नाल रहना है। ठीक है? ठीक है अरमान, ते तुसी अगे वध के इस मिनी नूं दस दो कि अज दी शाम ना तुसी मेरे नाल बिताओगे। नहीं जी, अरमान मेरे नाल वक्त बिताना चाहते हैं। अरमान मेरे नाल वक्त बिताणगे। नहीं, मेरे नाल। मेरे नाल नाले सिंपल तुसी भूल रहे हो, ये फैसला ना अरमान ने आप ही लेना सी कि वो किदे नाल अपनी शाम बिताना चाहते ने। तुसी फिर मेरे नाल चीटिंग की, ये सही गल नहीं है। ਕਿਸੇ ਨੂੰ ਮੇਰੀ ਕੋਈ ਫਿਕਰ ਹੀ ਨਹੀਂ ਹੈ ਕਿ ਮੈਂ ਕੀ ਚਾਹੁੰਦਾ ਹਾਂ। ਸਿਰਫ ਇੱਕ ਦੇਸ਼ੋ ਹੀ ਸੀ ਜਿਹੜੀ ਮੇਰੀ ਪਰਵਾਹ ਕਰਦੀ ਸੀ, ਮੇਰੀ ਫਿਕਰ ਕਰਦੀ ਸੀ। ਬਾਕੀ ਸਭ ਤੇ ਆਪਣਾ ਆਪਣਾ ਮਸਤ ਨੇ। ਦੇਸ਼ੋ ਤੂੰ ਤਾਂ ਮੈਨੂੰ ਪਹਿਲਾਂ ਤੋਂ ਹੀ ਕਿੰਨਾ ਸਮਝਦੀ ਹੁੰਦੀ ਸੀ ਤੇ ਮੈਂ ਇਸ ਚੀਜ਼ ਦਾ ਕਦੀ ਮਹਿਸੂਸ ਹੀ ਨਹੀਂ ਕੀਤਾ। ਕਿੰਨਾ ਵੱਡਾ ਬੇਵਕੂਫ ਸੀ ਮੈਂ। ਉਹਨਾਂ ਔਰਤਾਂ ਦੇ ਮਗਰ ਲੱਗ ਗਿਆ ਜਿਨ੍ਹਾਂ ਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਸੀ। ਉਹਨਾਂ ਕਰਕੇ ਮੈਂ ਆਪਣੀ ਖੁਸ਼ਹਾਲ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਮੈਂ ਤੈਨੂੰ ਗਵਾ ਦਿੱਤਾ। ਤੂੰ ਸਿਰਫ ਮੇਰੀ ਹੈ। ਚਾਹੇ ਉਸ ਪਾਸੇ ਮੈਨੂੰ ਕੁਝ ਵੀ ਕਰਨਾ ਪੈ ਜੇ, मैं तेनू अपनी जिंदगी विच दोबारा लिया के रहूंगा किसी भी हालात विच। फेशो जी, ऐसे तो मेरा कोई एक्सपीरियंस नहीं है बच्चों के नाल, पर ना पूरब दे नाल टाइम स्पेंड करके ना मैंने बहुत मजा आ रहा। जिद्दां अपनी कहानियां नूं मोड़ दिंदा वो तो तुसीं पुछो ही ना। मैं सच्ची बहुत लकी महसूस कर रहा कि पूरब भी इत्थे है ते तुसीं। वैसे ना तुहाडा बच्चों नाल घुलण मिलण दा तरीका बहुत वधिया है। नाले तुसीं सारा दिन किद्दां ओहदा मनोरंजन कीता, ये भला घट सी। नाले तुहाडीआं बेड स्टोरीज च भी ना बहुत ट्विस्ट हुंदे ने। तो पूरब दा जो सेंस ऑफ ह्यूमर है ना वो तो बिल्कुल कमाल ही है। रणवीर जी। अच्छा देशो जी, पूरब हॉस्टल वापस कदों जाएगा? मेरा कहने का मतलब बस ये है कि उन्होंने हॉस्टल जाना जरूरी है कि क्योंकि पहला ही वो फैमिली तो बहुत टाइम के लिए दूर रहा ते इत्थे भी बहुत वधिया वधिया स्कूल ने। देखो देशो जी, मेरी गल का बुरा ना मन, मैं अपनी हद्दां नहीं क्रॉस करना चाहता, पर जे अगर पूरब हॉस्टल गया ना मैं उन्हें बहुत मिस करूंगा। सॉरी जे अगर तुहानू बुरा लगा। नहीं नहीं, दरअसल मैं यही सोच रही थी कि जे पूरब हॉस्टल वापस ना जावे ते
ਇਹ ਤਾਂ ਬਹੁਤ ਵਧੀਆ ਗੱਲ ਹੈ, ਸਾਨੂੰ ਇਕੱਠਿਆਂ ਨੂੰ ਇੰਨਾ ਟਾਈਮ ਮਿਲ ਜਾਊਗਾ। ਪਰ ਤੁਸੀਂ ਨਾ ਆਪਣੇ ਲਾਡ ਪਿਆਰ ਨਾਲ ਉਹਨੂੰ ਵਿਗਾੜ ਨਾ ਦਿਓ। ਹੁਣ ਦੇਖੋ ਦੇਸ਼ੋ ਜੀ, ਮੈਂ ਇਸ ਗੱਲ ਦਾ ਨਾ ਕੋਈ ਵਾਅਦਾ ਨਹੀਂ ਕਰ ਸਕਦਾ, ਪਰ ਹਾਂ ਇੱਕ ਗੱਲ ਜ਼ਰੂਰ ਹੈ, ਮੈਨੂੰ ਪੂਰਬ 'ਚ ਨਾ ਆਪਣਾ ਬਚਪਨ ਨਜ਼ਰ ਆਉਂਦਾ। ਮੈਂ ਜਦੋਂ ਵੀ ਉਹਦੇ ਨਾਲ ਹੁੰਦਾ ਨਾ ਮੈਨੂੰ ਬਹੁਤ ਚੰਗਾ ਲੱਗਦਾ। ਤੇ ਤੁਸੀਂ ਇਸ ਗੱਲ ਦੀ ਵੀ ਟੈਨਸ਼ਨ ਛੱਡ ਦਿਓ ਕਿ ਉਹਦਾ ਇੱਥੇ ਪੜ੍ਹਾਈ ਦਾ ਕੀ ਹੋਊਗਾ। ਮੈਂ ਉਹਦੇ ਲਈ ਸ਼ਹਿਰ ਦਾ ਨਾ ਬੈਸਟ ਸਕੂਲ ਲੱਭ ਲਵਾਂਗਾ। ਫਿਰ ਉਹਦੇ ਲਈ ਹੋਸਟਲ ਨਹੀਂ ਜਾਣਾ ਨਾ, ਉਹਦੇ ਲਈ ਵੀ ਬਹੁਤ ਵੱਡਾ ਸਰਪ੍ਰਾਈਜ਼ ਹੋਏਗਾ। ਉਹ ਇੱਕ ਲੌਤੀ ਹੈ ਜਿਹੜੀ ਮੈਨੂੰ ਬਚਾਉਣ ਵਾਸਤੇ ਵੀ ਆਪਣੀ ਜਾਨ ਖਤਰੇ ਵਿੱਚ ਪਾ ਸਕਦੀ ਹੈ। ਇਹਦੇ ਵਰਗੀ ਔਰਤ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ। ਦੇਸ਼ੋ, ਮੈਂ ਸਿਰਫ ਤੈਨੂੰ ਆਪਣੀ ਲਾਈਫ ਵਿੱਚ ਵਾਪਸ ਪਾਉਣਾ ਚਾਹੁੰਦਾ। ਤੇਰੇ ਵਰਗੀ ਔਰਤ ਹੀ ਮੈਨੂੰ ਡਿਜ਼ਰਵ ਕਰਦੀ ਹੈ। ਤੂੰ ਇੱਥੇ ਵੀ ਮੇਰੇ ਪਿੱਛੇ ਆ ਗਈ ਹੈ। ਮੈਂ ਜਿੱਥੇ ਜਾਣੀ ਆ ਤੂੰ ਮੇਰੇ ਪਿੱਛੇ ਆ ਜਾਨੀ ਹੈ। ਹੁਣ ਤੂੰ ਮੇਰੇ ਪਿੱਛੇ ਕਮਰੇ ਤੱਕ ਆ ਗਈ ਹੈ। ਆਪਾਂ ਇੱਥੇ ਕਿਸੇ ਕਾਰਨ ਲਈ ਆਏ ਹਾਂ, ਆਪਸ ਵਿੱਚ ਬਿਨਾਂ ਲੜੇ ਅਰਮਾਨ ਨਾਲ ਗੱਲ ਕਰਨ ਲਈ। ਮੈਂ ਤੁਹਾਡੇ ਦੋਨਾਂ ਜਾਣਿਆਂ ਨਾਲ ਕੋਈ ਗੱਲ ਕਰਨੀ ਨਹੀਂ ਚਾਹੁੰਦਾ। ਤੁਸੀਂ ਦੋਨੋਂ ਜਾਣੀਆਂ ਨਾ ਸਿਰਫ ਮੇਰੇ ਕਰਕੇ ਲੜ ਸਕਦੀਆਂ ਹੋ ਜਾਂ ਮੈਨੂੰ ਪਾਉਣ ਵਾਸਤੇ ਪੈਸੇ ਦੀ ਖੇਡ ਸਕਦੀਆਂ ਹੋ, ਪਰ ਮੇਰੇ ਹੱਕ 'ਚ ਖੜਨ ਵਾਲੀ ਗੱਲ ਨਾ ਤੁਹਾਡੇ ਵੱਸ 'ਚ ਨਹੀਂ ਹੈਗੀ। ਤੁਹਾਡੇ ਦੋਨਾਂ ਦੀ ਨਾ ਬਹੁਤ ਵੱਡੀ ਗਲਤਫਹਿਮੀ ਹੈ ਕਿ ਤੁਸੀਂ ਇਹ ਸੋਚਦੇ ਹੋਵੋਗੇ ਕਿ ਮੈਂ ਕੁਝ ਦੇਖਿਆ ਨਹੀਂ। ਹਾਦਸੇ ਵਾਲੇ ਮੌਕੇ ਤੇ ਕਿਵੇਂ ਤੁਸੀਂ ਦੋਨੋਂ ਜਾਣੀਆਂ ਮੈਨੂੰ ਛੱਡ ਕੇ ਚਲ ਗਈਆਂ ਸੀ, ਮੈਂ ਸਭ ਦੇਖਿਆ। ਤੁਸੀਂ ਆਪਣੇ ਮਤਲਬ ਵਾਸਤੇ ਕੁਝ ਵੀ ਕਰ ਸਕਦੀਆਂ ਹੋ ਤੇ ਤੁਸੀਂ ਇਹ ਵੀ ਸੋਚ ਲਿਆ ਹੋਵੇਗਾ ਕਿ ਮੈਂ ਕਿਹਦੇ ਨਾਲ ਰਹਿਣਾ ਹੈ ਨਾ, ਕਿ ਮੈਂ ਕਿਹਨੂੰ ਚੁਣੂੰਗਾ। ਬਹੁਤ ਵੱਡੀ ਗਲਤਫਹਿਮੀ ਹੈ ਤੁਹਾਡੀ। ਮੈਂ ਤੁਹਾਡੇ ਦੋਨਾਂ 'ਚੋਂ ਕਿਸੇ ਨੂੰ ਨਹੀਂ ਚੁਣੂੰਗਾ ਕਿਉਂਕਿ ਤੁਸੀਂ ਦੋਨੋਂ ਜਾਣੀਆਂ ਉਹਦੇ ਲਾਇਕ ਹੀ ਨਹੀਂ ਹੈਗੀਆਂ। ਕੀ ਮਤਲਬ? ਚੁਣਨਾ ਨਹੀਂ ਚਾਹੁੰਦੇ? ਤੁਸੀਂ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਹੋ ਕਿ ਅਸੀਂ ਤੁਹਾਨੂੰ ਅੱਗ ਤੋਂ ਨਹੀਂ ਬਚਾਇਆ। ਜੇ ਤੁਸੀਂ ਸਾਡੇ ਦੋਵਾਂ ਦੀ ਜਗ੍ਹਾ ਤੇ ਹੁੰਦੇ ਤੁਸੀਂ ਕੀ ਕਰਨਾ ਸੀ? ਮਿਣੀ ਦੀ ਗੱਲ ਤਾਂ ਛੱਡ ਹੀ ਦਿਓ, ਇਹ ਤਾਂ ਤੁਹਾਡਾ ਇੱਕ ਅਫੇਅਰ ਸੀ। ਮੇਰਾ ਕੀ? ਮੈਂ ਤਾਂ ਤੁਹਾਡੀ ਵੋਟੀ ਸੀ, ਮੈਨੂੰ ਬਚਾਉਣਾ ਨਾ ਸੀ। ਹਾਂ ਮੈਂ ਨਹੀਂ ਬਚਾਉਣ ਆਉਂਦਾ ਕਿਉਂਕਿ ਤੁਸੀਂ ਦੋਨੋਂ ਜਾਣੀਆਂ ਉਹਦੇ ਲਾਇਕ ਹੀ ਨਹੀਂ ਹੈਗੀਆਂ। ਗੱਲਾਂ ਮਾਰਦੀਆਂ ਨੇ ਇੱਥੇ ਆ ਕੇ। ਅਰਮਾਨ, ਹੁਣ ਮਿਲ ਗਿਆ ਤੁਹਾਨੂੰ ਚੈਨ? ਤੁਸੀਂ ਮੈਨੂੰ ਅਰਮਾਨ ਤੋਂ ਦੂਰ ਕਰ ਦਿੱਤਾ ਹੈ। ਵਧੀਆ ਤਰੀਕੇ ਨਾਲ ਗੱਲਬਾਤ ਕਰਨ ਦੇ ਬਜਾਏ ਤੁਸੀਂ ਮੇਰੇ ਨਾਲ ਲੜ ਰਹੇ ਸੀ ਉਹਨਾਂ ਦੇ ਸਾਹਮਣੇ। ਮੈਂ ਤੁਹਾਨੂੰ ਦੇਖ ਰਹੀ ਹਾਂ, ਤੁਸੀਂ ਨਾ ਮੈਨੂੰ ਅਰਮਾਨ ਤੋਂ ਦੂਰ ਕਰਨਾ ਚਾਹੁੰਦੇ ਹੋ, ਪਰ ਮੈਂ ਇਹ ਸਭ ਹੋਣ ਨਹੀਂ ਦੇਣਾ। ਤੁਸੀਂ ਕਾਗਜ਼ਾਂ ਤੇ ਦੁਨੀਆ ਦੇ ਸਾਹਮਣੇ ਉਹਨਾਂ ਦੀ ਪਤਨੀ ਬਣ ਕੇ ਰਹਿ ਸਕਦੇ ਹੋ, ਪਰ ਬਾਕੀ ਸਮਾਂ ਲਈ ਤੁਸੀਂ ਮੈਨੂੰ ਉਹਨਾਂ ਦੇ ਨਾਲ ਰਹਿਣ ਦਿਓ। ਨਹੀਂ ਰਹਿਣ ਦਾਂਗੀ। ਕਿਉਂ? ਤੁਸੀਂ ਹਮੇਸ਼ਾ ਤੋਂ ਇਹੀ ਚਾਹੁੰਦੇ ਸੀ ਕਿ ਤੁਸੀਂ ਦੁਨੀਆ ਦੇ ਸਾਹਮਣੇ ਤਾਂ ਉਹਨਾਂ ਦੀ ਪਤਨੀ ਬਣ ਕੇ ਰਹੋ ਤੇ ਮੈਂ ਇਸ ਘਰ 'ਚ ਰਵਾਂ। ਤੁਸੀਂ ਮੈਨੂੰ ਹੋਰ ਬਲੈਕਮੇਲ ਨਹੀਂ ਕਰ ਸਕਦੇ। ਮੈਂ ਤੁਹਾਨੂੰ ਆਲਰੇਡੀ ਬਹੁਤ ਕੁਝ ਦੇ ਚੁੱਕੀ ਹਾਂ ਤੇ ਹੁਣ ਵੀ ਜੇ ਤੁਹਾਨੂੰ ਕੁਝ ਹੋਰ ਕੁਝ ਚਾਹੀਦਾ ਹੈ ਨਾ, ਮੈਂ ਤੁਹਾਨੂੰ ਉਹ ਵੀ ਦੇਣ ਲਈ ਤਿਆਰ ਹਾਂ। ਤੂੰ ਮੈਨੂੰ ਹੋਰ ਪੈਸੇ ਦੇਂਗੀ ਤਾਂ ਠੀਕ ਹੈ, ਮੈਂ ਉਦੋਂ ਸੋਚਾਂਗੀ ਕਿ ਮੈਂ ਅਰਮਾਨ ਨੂੰ ਛੱਡਣਾ ਹੈ ਜਾਂ ਨਹੀਂ। ਤੂੰ ਅਰਮਾਨ ਦੇ ਲਈ ਸਭ ਕੁਝ ਕਰ ਰਹੀ ਹੈ, ਲੜ ਰਹੀ ਹੈ, ਪਰ ਉਹ ਤੈਨੂੰ ਪਾਣਾ ਹੀ ਨਹੀਂ। ਆ ਸਭ ਕੀ ਹੈ? ਇਹ ਸਭ ਕੀ ਹੈ? ਇਹ ਤੁਸੀਂ ਮੈਨੂੰ ਪੁੱਛ ਰਹੇ ਹੋ ਜਾਂ ਮੈਨੂੰ ਤੁਹਾਨੂੰ ਪੁੱਛਣਾ ਚਾਹੀਦਾ ਕਿ ਇਹ ਸਭ ਕੀ ਹੈ? ਮੈਨੂੰ ਤੇਰੀ ਗੱਲ ਦਾ ਕੁਝ ਸਮਝ ਨਹੀਂ ਆ ਰਿਹਾ, ਬਸ ਸਾਫ਼-ਸਾਫ਼ ਦੱਸ ਆ ਕੀ ਕੀਤਾ? ਬਸ ਅਰਮਾਨ ਬਸ, ਔਤੀਆਂ ਬੁਝਾਰਤਾਂ ਪਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ। ਇੱਕ ਵਾਰੀ ਵੀ ਸੋਚੇ ਕਿ ਮੈਨੂੰ ਕਿਹੋ ਜਿਹਾ ਮਹਿਸੂਸ ਹੋਏਗਾ ਇਹ ਸਭ ਦੇਖ ਕੇ, ਉਸ ਦੇਸ਼ੋ ਦੀ ਫੋਟੋ ਦੇਖ ਕੇ ਕਿਹੋ ਜਿਹਾ ਫੀਲ ਕਰਾਂਗੀ ਮੈਂ ਜਾਣ ਕੇ ਕਿ ਤੁਸੀਂ ਹਜੇ ਵੀ ਉਸ ਦੇਸ਼ੋ ਨੂੰ ਭੁੱਲੇ ਨਹੀਂ ਹੋ। ਦੇਖ, ਤੈਨੂੰ ਸਮਝਣਾ ਪੈਣਾ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ।
ਮੇਰੀ ਲਾਈਫ 'ਚ ਤਾਂ ਵੈਸੇ ਹੀ ਦੋ ਔਰਤਾਂ ਹੈਗੀਆਂ ਨੇ ਤੇ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਮੈਨੂੰ ਕਿੰਨੀ ਮੁਸ਼ਕਲ ਕਰਨੀ ਪੈ ਰਹੀ ਹੈ ਤੈਨੂੰ ਚੰਗੀ ਤਰੀਕੇ ਨਾਲ ਪਤਾ ਹੈ। ਤੇ ਇਹੋ ਜਿਹੇ ਟਾਈਮ ਤੇ ਮੈਂ ਦੇਸ਼ੂ ਨੂੰ ਆਪਣੀ ਲਾਈਫ 'ਚ ਵਾਪਸ ਲੈ ਕੇ ਆਉਣਾ ਚਾਹੂੰਗਾ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੂੰ ਮੇਰੇ ਤੇ ਸ਼ੱਕ ਕਰ ਰਹੀ ਹੈ। ਮੈਂ ਦੇਸ਼ੂ ਨੂੰ ਮਿਲਣ ਨਹੀਂ ਚੱਲਾ, ਮੈਂ ਸਿਰਫ ਪੂਰਬ ਨੂੰ ਮਿਲਣ ਚੱਲਾ, ਹੋਰ ਕੁਝ ਨਹੀਂ ਹੈਗਾ। ਬਸ ਅਰਮਾਨ, ਮੈਂ ਤੁਹਾਨੂੰ ਨਾ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਤੁਸੀਂ ਘੱਟੋ ਘੱਟ ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਤਾਂ ਬਿਲਕੁਲ ਨਾ ਕਰੋ। ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਤੁਸੀਂ ਨਾ ਇਹੀ ਮਹਿਸੂਸ ਕਰਦੇ ਹੋ, ਇਹੀ ਸੋਚਦੇ ਹੋ ਕਿ ਉਹ ਦੇਸ਼ੋ ਹੀ ਇਕਲੌਤੀ ਔਰਤ ਹੈ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਸਮਝਦੀ ਹੈ, ਤੁਹਾਡੀ ਕੇਅਰ ਕਰ ਸਕਦੀ ਹੈ ਤੇ ਹੋਰ ਕੋਈ ਵੀ ਨਹੀਂ। ਤੁਹਾਨੂੰ ਇੰਜ ਲੱਗਦਾ ਹੈ ਕਿ ਉਹਨੇ ਤੁਹਾਨੂੰ ਅੱਗ ਤੋਂ ਬਚਾਇਆ, ਇਸ ਲਈ ਉਹ ਹੁਣ ਤੁਹਾਡੀ ਜ਼ਿੰਦਗੀ 'ਚ ਦੁਬਾਰਾ ਵਾਪਸ ਆ ਸਕਦੀ ਹੈ। ਇਹੀ ਲੱਗਦਾ ਹੈ ਨਾ ਤੁਹਾਨੂੰ? ਤੁਸੀਂ ਇਹੀ ਸੋਚਦੇ ਹੋ ਕਿ ਉਹਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਜਿੱਤਣਾ ਚਾਹੁੰਦੇ ਹੋ, ਹਾਸਲ ਕਰਨਾ ਚਾਹੁੰਦੇ ਹੋ। ਬਿਲਕੁਲ ਗਲਤ ਹੈ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਤੂੰ ਇੱਥੇ ਜਮਾ ਹੀ ਗਲਤ ਆ। ਮੈਂ ਮੰਨਦਾ ਕਿ ਦੇਸ਼ੂ ਨੇ ਆਪਣੀ ਜਾਨ ਤੇ ਖੇਡ ਕੇ ਮੈਨੂੰ ਬਚਾਇਆ ਵਾ ਤੇ ਜੇ ਅੱਜ ਮੈਂ ਜੀ ਵੀ ਰਿਹਾ ਸਿਰਫ ਉਹਦੀ ਖਾਤਰ ਹੀ ਜੀ ਰਿਹਾ ਵਾਂ, ਉਹਦਾ ਸ਼ੁਕਰਗੁਜ਼ਾਰ ਆ ਮੈਂ। ਪਰ ਇਹਦਾ ਇਹ ਮਤਲਬ ਥੋੜਾ ਨਾ ਕਿ ਦੇਸ਼ੂ ਨੂੰ ਮੈਂ ਆਪਣੀ ਲਾਈਫ 'ਚ ਵਾਪਸ ਚਾਹੁੰਦਾ ਆ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਹਾਂ, ਮੈਂ ਇਹ ਗੱਲ ਮੰਨਦਾ ਕਿ ਮੈਂ ਪੂਰਬ ਨੂੰ ਆਪਣੀ ਲਾਈਫ 'ਚ ਦੁਬਾਰਾ ਵਾਪਸ ਲੈ ਕੇ ਆਉਣਾ ਚਾਹੁੰਦਾ ਵਾਂ। ਮੈਨੂੰ ਉਹਦੀ ਮੌਜੂਦਗੀ ਚਾਹੀਦੀ ਆਪਣੀ ਲਾਈਫ ਵਿੱਚ। ਬਸ ਅਰਮਾਨ, ਮੈਨੂੰ ਨਾ ਬੇਵਕੂਫ ਨਾ ਬਣਾਓ। ਮੈਂ ਚੰਗੀ ਤਰ੍ਹਾਂ ਸਮਝਦੀ, ਮੈਨੂੰ ਤੁਹਾਡੇ ਤੇ ਕੋਈ ਯਕੀਨ ਨਹੀਂ ਹੈ, ਕੋਈ ਯਕੀਨ। ਤੈਨੂੰ ਮੇਰੇ ਤੇ ਯਕੀਨ ਕਰਨਾ ਪਏਗਾ ਸਿੰਪਲ, ਕਿ ਅਜਿਹੀ ਕੋਈ ਗੱਲ ਨਹੀਂ ਹੈਗੀ। ਮੈਂ ਤੇਰਾ ਹੀ ਆ, ਮੈਂ ਹੋਰ ਕਿੱਥੇ ਜਾਊਂਗਾ। ਦੇਖ, ਸਾਡੇ ਦੋਨਾਂ ਦੀ ਤਾਂ ਆਦਤਾਂ ਵੀ ਕਿੰਨੀਆਂ ਮਿਲਦੀਆਂ ਨੇ। ਜਿੱਦਾਂ ਦੀ ਤੂੰ ਆ ਉੱਦਾਂ ਦਾ ਹੀ ਮੈਂ ਆ। ਤੇਰਾ ਵੀ ਸ਼ੈਤਾਨੀ ਦਿਮਾਗ ਆ, ਮੇਰਾ ਵੀ ਸ਼ੈਤਾਨੀ ਦਿਮਾਗ ਆ। ਜਿੰਨਾ ਪਿਆਰ ਤੈਨੂੰ ਪੈਸਿਆਂ ਨਾਲ ਹੈਗਾ ਉਨਾ ਹੀ ਮੈਨੂੰ ਆ। ਤੇ ਤੂੰ ਇਦਾਂ ਕਿੱਦਾਂ ਸੋਚ ਸਕਦੀ ਹੈ ਕਿ ਮੈਂ ਦੇਸ਼ੂ ਦੀ ਲਾਈਫ 'ਚ ਵਾਪਸ ਜਾਊਂਗਾ? ਕਮਾਲ ਹੈ। ਇੱਧਰ ਆ, ਮੈਂ ਤੇਰਾ ਹੀ ਆ, ਮੈਂ ਹੋਰ ਕਿਸੇ ਦਾ ਨਹੀਂ ਹੋ ਸਕਦਾ। ਥੈਂਕ ਯੂ ਸੋ ਮਚ ਸਿੰਪਲ। ਦੇਖ, ਮੈਂ ਕਿਤੇ ਨਹੀਂ ਚੱਲਾ, ਪਰ ਤੈਨੂੰ ਇਹ ਸਮਝਣਾ ਪੈਣਾ ਕਿ ਮੈਂ ਕਿੰਨੇ ਵੱਡੇ ਹਾਦਸੇ 'ਚੋਂ ਬਾਹਰ ਨਿਕਲਿਆ। ਮੈਨੂੰ ਨਾਰਮਲ ਹੋਣ ਵਾਸਤੇ ਥੋੜਾ ਟਾਈਮ ਤਾਂ ਚਾਹੀਦਾ ਹੈ ਨਾ। ਠੀਕ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਸਾਡਾ ਪੂਰਬ ਨਾ ਹੁਣ ਹੋਸਟਲ ਵਾਪਸ ਜਾਣ ਵਾਲਾ ਹੈ। ਵੈਸੇ ਵੀ ਉਹਦੇ ਮਿਡ ਟਰਮਸ ਚੱਲ ਰਿਹਾ ਨਾ, ਤੇ ਹੁਣ ਤੁਹਾਡੇ ਕੋਲ ਹੋਰ ਕੋਈ ਮੌਕਾ ਨਹੀਂ ਹੋਣਾ ਉਸ ਦੇਸ਼ੋ ਦੇ ਨੇੜੇ ਤੇੜੇ ਘੁੰਮਣ ਦਾ।
रणवीर पुत्र देशो पुत्र रणवीर पुत्र ਮਾਸੀ ਜੀ ਤੁਸੀਂ मैनू एमरजेंसी च कैनेडा की जाना पै गया मैं विआह नहीं अटेंड कर सकी ਤੁਹਾਨੂੰ ਇੰਨਾ ਗੁੱਸਾ ਕਿ ਤੁਸੀਂ ਘਰ ਹੀ ਚੇਂਜ ਕਰ ਲਿਆ ਜਿਉਂਦੇ ਰਹੋ ਇਹ ਹੈ ਸਾਡੀ ਨੂੰ ਸਾਡੀ ਅਸਲੀ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ ਉਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਤੇ ਸੋਚਿਆ ਸੀ ਮੈਂ ਅਚਾਨਕ ਇੱਥੇ ਆ ਕੇ ਤੁਹਾਨੂੰ ਸਰਪ੍ਰਾਈਜ਼ ਦਊਂਗੀ ਪਰ ਸਰਪ੍ਰਾਈਜ਼ ਤਾਂ ਮੈਂ ਹੋ ਗਈ ਜਦੋਂ ਉਸ ਘਰ 'ਚ ਮੈਨੂੰ ਉੱਥੇ ਕੋਈ ਲੱਭਾ ਹੀ ਨਹੀਂ ਮਾਸੀ ਜੀ ਤੁਸੀਂ ਨਾ ਰੁਕੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਹਾਏ ਮੇਰੇ ਗੋਡੇ ਮਾਸੀ ਜੀ ਤੁਸੀਂ ਖੜੇ ਕਿਉਂ ਆਓ ਬੈਠ ਬੈਠ ਆਏ ਮੇਰੇ ਪੈਰ ਮੇਰੀਆਂ ਲੱਤਾਂ ਸਭ ਦੁਖ ਰਹੀਆਂ ਘਰ ਲੱਭ ਲੱਭ ਕੇ ਮੈਂ ਇੰਨੀ ਪਰੇਸ਼ਾਨ ਹੋਈ ਕਿ ਥੱਕ ਹੀ ਗਈ ਆ ਫਿਰ ਮੈਂ ਗਵਾਂਢੀਆਂ ਕੋਲੋਂ ਵੀ ਪੁੱਛਿਆ ਤੁਹਾਨੂੰ ਤੇ ਪੁੱਛ ਹੀ ਨਹੀਂ ਸੀ ਸਕਦੀ ਜੇ ਤੁਹਾਨੂੰ ਪੁੱਛ ਲੈਂਦੀ ਤੇ ਸਰਪ੍ਰਾਈਜ਼ ਕਾਹਦਾ ਰਹਿਣਾ ਸੀ हाँ जी सरप्राइज तो ਅਸੀਂ ਹੋ ਗਏ ਉਹ ਸਭ ਤਾਂ ਠੀਕ ਆ ਪਰ ਇਹ ਰੂਪੀ ਨਜ਼ਰ ਨਹੀਂ ਆ ਰਹੀ ਮੰਮੀ ਜੀ ਮੀਟਿੰਗ ਦੇ ਲਈ ਯੂਐਸ ਗਏ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਸੀ ਨਾ ਕਿ ਤੁਸੀਂ ਆਉਣ ਵਾਲੇ ਹੋ ਫਿਰ ਤਾਂ ਉਹ ਰੁਕ ਜਾਂਦਾ ਮੈਨੂੰ ਤਾਂ ਸਰਪ੍ਰਾਈਜ਼ ਮਹਿੰਗਾ ਪੈ ਗਿਆ ਵੈਸੇ ਪੁੱਤੋ ਅੱਗ ਦੇ ਬਾਰੇ ਸੁਣਿਆ ਸੀਗਾ ਉਹ ਕਿੱਦਾਂ ਲੱਗੀ ਕੁਝ ਪਤਾ ਲੱਗਾ ਐਕਚੁਅਲੀ ਇਹਦੇ ਬਾਰੇ ਐਗਜ਼ੈਕਟਲੀ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਪਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਹੈ ਕਿ ਉਹ ਕੋਈ ਐਕਸੀਡੈਂਟ ਨਹੀਂ ਸੀ ਬਲਕਿ ਕਿਸੇ ਨੇ ਜਾਣਬੁੱਝ ਕੇ ਮਿੱਟੀ ਦਾ ਤੇਲ ਸਿੱਟ ਕੇ ਅੱਗ ਲਾਈ ਸੀ ਰਣਵੀਰ ਜੀ ਪਰ ਇਹ ਗੱਲ ਤੁਸੀਂ ਸਾਨੂੰ ਤੇ ਦੱਸੀ ਨਹੀਂ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਸਾਰੇ ਫालतू ਵਿੱਚ ਪਰੇਸ਼ਾਨ ਹੋ ਤੇ ਨਾਲੇ ਇਨਵੈਸਟੀਗੇਸ਼ਨ ਨਾਲ ਸਭ ਕੁਝ ਪਤਾ ਲੱਗ ਹੀ ਰਿਹਾ ਤੇ ਜਲਦੀ ਇਹ ਵੀ ਪਤਾ ਲੱਗ ਜਾਊਗਾ ਕਿ ਉਹ ਸਭ ਕੁਝ ਕਿੰਨੇ ਕੀਤਾ ਤੇ ਉਹਨੂੰ ਸਜ਼ਾ ਵੀ ਮਿਲੂਗੀ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਡਾ ਪਰਿਵਾਰ ਇੱਕ ਛੱਤ ਦੇ ਥੱਲੇ ਹੈ ਖੁਸ਼ਹਾਲ ਤੇ ਸੇਫ ਤੂੰ ਬਿਲਕੁਲ ਸਹੀ ਕਹਿ ਰਣਵੀਰ ਪੁੱਤਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਪਰਿਵਾਰ ਸੇਫ ਹੈ ਤੁਹਾਨੂੰ ਖੁਸ਼ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਚਿਹਰਿਆਂ ਤੇ ਨੂਰ ਦੇਖ ਕੇ ਤੇ ਇਹ ਨੂਰ ਤਾਂ ਮੈਂ ਹਮੇਸ਼ਾ ਦੇਖਣਾ ਚਾਹੁੰਦੀ ਸੀ ਮਾਸੀ ਜੀ ਤੁਸੀਂ ਥੱਕ ਗਏ ਹੋਣੇ ਹੋ ਤੁਸੀਂ ਆਰਾਮ ਕਰੋ ਮੈਂ ਤੁਹਾਡੇ ਲਈ ਨਾਸ਼ਤਾ ਲੈ ਕੇ ਆਉਣੀ ਆ ਕੀ ਦਿੱਕਤ ਹੈ ਤੁਸੀਂ ਇਦਾਂ ਮੇਰੇ ਰੂਮ 'ਚ ਕਿਵੇਂ ਆ ਸਕਦੇ ਹੋ ਇਦਾਂ ਕਿਉਂ ਜਗਾਇਆ ਮੈਨੂੰ ਚੁੱਪਚਾਪ ਨਾ ਖੜੀ ਹੋ ਜਾ ਵੈਸੇ ਵੀ ਤੂੰ ਘੱਟ ਮੁਸੀਬਤਾਂ ਨਹੀਂ ਖੜੀਆਂ ਕੀਤੀਆਂ ਕਿਉਂ ਕੋਈ ਗੜਬੜ ਕਰ ਦਿੱਤੀ ਤੂੰ ਗੜਬੜ ਕੀਤੀ ਹੈ ਤੂੰ ਜੋ ਅਰਮਾਨ ਦੀ ਜ਼ਿੰਦਗੀ ਚਾਹੀ ਗੜਬੜੀ ਤਾਂ ਕੀਤੀ ਹੈ ਪਰ ਮੈਂ ਨਾ ਤੈਨੂੰ ਅਰਮਾਨ ਦੇ ਨੇੜੇ ਇੰਨੀ ਆਸਾਨੀ ਨਾਲ ਲਾਣ ਨਹੀਂ ਦਊਂਗੀ ਉਹਦੇ ਲਈ ਤੈਨੂੰ ਨਾ ਆਪਣੇ ਆਪ ਨੂੰ ਸਾਬਿਤ ਕਰਨਾ ਪਏਗਾ ਤੇ ਉਹਦੇ ਲਈ ਮੈਂ ਤੈਨੂੰ ਸਮਾਂ ਦਵਾਂਗੀ ਤੁਸੀਂ ਮੈਨੂੰ ਚਾਂਸ ਦੇ ਰਹੇ ਹੋ ਹਾਂ ਮੈਂ ਤੈਨੂੰ ਇੱਕ ਚਾਂਸ ਦੇ ਰਹੀ ਹਾਂ ਪਰ ਕਿਉਂ ਮਤਲਬ ਤੁਸੀਂ ਮੈਨੂੰ ਮੌਕਾ ਕਿਉਂ ਦੇ ਰਹੇ ਹੋ ਹਾਲਾਂਕਿ ਤੁਸੀਂ ਤਾਂ ਮੇਰੇ ਨਾਲ ਹਮੇਸ਼ਾ ਲੜਾਈ ਕੀਤੀ ਹੈ ਤਾਂ ਕਿ ਮੈਂ ਅਰਮਾਨ ਤੋਂ ਦੂਰ ਰਹਿ ਸਕਾਂ ਦੇਖ ਮੇਰੇ ਕੋਲ ਨਾ ਇਹ ਸਭ ਕੁਝ ਡਿਸਕਸ ਕਰਨ ਦਾ ਫਿਲਹਾਲ ਟਾਈਮ ਨਹੀਂ ਹੈਗਾ ਮੈਂ ਪੂਰੀ ਰਾਤ ਸੋਚਿਆ ਕਿ ਤੂੰ ਮੈਨੂੰ ਪੈਸੇ ਦਿੱਤੇ ਨੇ ਮੇਰਾ ਮੂੰਹ ਬੰਦ ਕਰਨ ਲਈ ਵੀ ਅਰਮਾਨ ਦੇ ਨਾਲ ਰਹਿਣ ਲਈ ਵੀ ਇਸ ਲਈ ਮੈਨੂੰ ਵੀ ਤਾਂ ਥੋੜਾ ਤੈਨੂੰ ਟਾਈਮ ਦੇਣਾ ਚਾਹੀਦਾ ਅਰਮਾਨ ਦੇ ਨਾਲ ਦੇਖ ਮੈਨੂੰ ਨਾ ਕੋਈ ਚਾਹੀਦਾ ਜੋ ਅਰਮਾਨ ਦਾ ਧਿਆਨ ਰੱਖ ਸਕੇ ਮੈਂ ਨਹੀਂ ਚਾਹਦੀ ਕਿ ਅਰਮਾਨ ਅੱਜ ਘਰ ਤੋਂ ਬਾਹਰ ਜਾ ਜਦ ਤੱਕ ਕਿ ਮੈਂ ਘਰੇ ਵਾਪਸ ਨਹੀਂ ਆ ਜਾਂਦੀ ਪਰ ਤੁਸੀਂ ਕਿੱਥੇ ਜਾ ਰਹੇ ਹੋ ਹੈ ਤਾਂ ਮੇਰੇ ਫਾਇਦੇ ਦੀ ਗੱਲ ਨਹੀਂ ਪਰ ਤੈਨੂੰ ਵੀ ਇਸ ਗੱਲ ਨੂੰ ਸਮਝਣਾ ਪੈਣਾ ਕਿ ਜਿਸ ਹਿਸਾਬ ਦੇ ਨਾਲ ਅਰਮਾਨ ਹੈ ਨਾ ਤੇਰੇ ਲਈ ਇੰਨਾ ਆਸਾਨ ਨਹੀਂ ਹੋਏਗਾ ਉਹਨਾਂ ਦਾ ਧਿਆਨ ਆਪਣੀ ਤਰਫ ਖਿੱਚਣਾ ਪਰ ਫਿਰ ਵੀ ਤੇਰੇ ਕੋਲ ਬਹੁਤ ਚੰਗਾ ਮੌਕਾ ਆ ਮੈਂ ਤੈਨੂੰ ਸਮਾਂ ਦੇ ਰਹੀ ਹਾਂ ਤੈਨੂੰ ਸਾਂਭਲਾ ਠੀਕ ਹੈ ਗੁੱਡ चल जल्दी जाके तैयार हो जाए इस तो पहला कि अरमान घर तो चल जान बाहर ठीक है ये सिंपल मैनू हाले भी पूरा सच नहीं दस रही पर
ਚਲੋ ਕੋਈ ਨਾ, ਐਟਲੀਸਟ ਅਰਮਾਨ ਦੇ ਨਾਲ ਰਹਿਣ ਦਾ ਇੱਕ ਮੌਕਾ ਤਾਂ ਮਿਲ ਰਿਹਾ। ਹੁਣ ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਾਂਗੀ ਕਿ ਅਰਮਾਨ ਘਰ 'ਚ ਬਾਹਰ ਨਾ ਜਾਣ ਜਦ ਤੱਕ ਇਹ ਵਾਪਸ ਨਹੀਂ ਆ ਜਾਂਦੀ। ਵੈਸੇ ਵਾਪਸ ਨਾ ਹੀ ਹੈ ਤਾਂ ਚੰਗਾ ਹੈ।